ਤੇ ਹਿੰਦੁਸਤਾਨ ਦੇ ਅੰਦਰ ਸਿਸਟਮ ਐਸਾ ਬਣ ਰਿਹਾ ਹੈ ਕਿ ਸਾਡੀ ਹੋਂਦ ਜਿਹੜੀ ਹੈ ਇਹ ਖਤਰੇ ਦੇ ਵਿੱਚ ਪੈਣ ਜਾ ਰਹੀ ਹੈ ਕਿ ਰਾਜਨੀਤੀ ਜਿਹੜੀ ਹੈ ਇਹ ਧਰਮ ਤੇ ਹਾਵੀ ਨਹੀਂ ਹੋਣੀ ਚਾਹੀਦੀ, ਬਲਕਿ ਧਰਮ ਜਿਹੜਾ ਹੈ ਉਹ ਰਾਜਨੀਤੀ ਤੇ ਹਾਵੀ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਦਾ ਭਾਰਤ ਦੇ ਅੰਦਰ ਮਾਹੌਲ ਬਣਾਇਆ ਜਾ ਰਿਹਾ ਹੈ, ਮੈਂ ਬਾਕੀ ਘੱਟ ਗਿਣਤੀਆਂ ਦੇ ਸਹਿਤ ਮੈਂ ਸਿੱਖਾਂ ਦੀ ਵੀ ਗੱਲ ਕਰਾਂ ਕਿ ਸਾਡਾ ਜੀਣਾ ਉਸ ਹਾਲਤ ਦੇ ਵਿੱਚ ਹੀ ਬਿਹਤਰ ਹੋ ਸਕਦਾ ਹੈ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ। ਜੇ ਅਸੀਂ ਗੁਰੂ ਦਾ ਪੱਲਾ ਫੜ ਲਈਏ, ਗੁਰੂ ਦਾ ਆਸਰਾ ਲੈ ਲਈਏ, ਗੁਰੂ ਦਾ ਸਹਾਰਾ ਲੈ ਲਈਏ। ਲਾਲ ਕਿਲੇ 'ਚ ਜਾ ਕੇ ਕੋਈ ਨੌਜਵਾਨਾਂ ਨੇ ਗੁਨਾਹ ਨਹੀਂ ਕਰਤਾ, ਕੋਈ ਵਜ਼ਰ ਪਾਪ ਨਹੀਂ ਕਰਤਾ, ਲੇਕਿਨ ਇਸ ਤਰ੍ਹਾਂ ਦਾ ਹਾਲਾਤ, ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਜਿਵੇਂ ਲਾਲ ਕਿਲੇ ਦੇ ਉੱਤੇ ਪਹੁੰਚਣ ਵਾਲੇ ਤੇ ਕੇਸਰੀ ਨਿਸ਼ਾਨ ਚੜਾਉਣ ਵਾਲੇ ਬਹੁਤ ਵੱਡੇ ਮਹਾ ਅਪਰਾਧੀ ਹੁੰਦੇ ਆ, ਪਾਪੀ ਹੁੰਦੇ ਕਿ ਰਾਜਨੀਤੀ ਚਾਹੇ ਧਰਮ ਤੇ ਹਾਵੀ ਹੋਵੇ, ਚਾਹੇ ਮੀਡੀਆ ਤੇ ਹਾਵੀ ਹੋਵੇ, ਚਾਹੇ ਵਿਦਿਆ ਸੰਸਥਾਵਾਂ ਤੇ ਹਾਵੀ ਹੋਵੇ, ਚਾਹੇ ਮੈਡੀਕਲ ਸੰਸਥਾਵਾਂ ਤੇ ਹਾਵੀ ਹੋਵੇ, ਸਮਾਜ ਦਾ ਨੁਕਸਾਨ ਹੀ ਨੁਕਸਾਨ ਕਰਦੀ ਹੈ। ਸਾਰੀਆਂ ਸੰਸਥਾਵਾਂ ਦਾ ਦਿਵਾਲਾ ਜਿਹੜਾ ਹੈ ਉਹ ਨਿਕਲ ਚੁੱਕਿਆ। ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਹਨ, ਲੇਕਿਨ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਜਦੋਂ ਹਕੂਮਤ ਜ਼ਾਬਰ ਜ਼ੁਲਮ ਕਰਨ ਵਾਲੀ ਬਣ ਜਾਏ ਤੇ ਫਿਰ ਹਕੂਮਤ ਤੇ ਜ਼ੁਲਮ ਦਾ ਮੁਕਾਬਲਾ, ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਤ ਕੀਤਾ ਜਾ ਸਕਦਾ ਹੈ। ਕਿਸੇ ਨਾਸਤਕ ਵਿਚਾਰ ਦੇ ਨਾਲ ਹਕੂਮਤੀ ਜ਼ਬਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਜੇ ਸਾਡੀਆਂ ਸੰਸਥਾਵਾਂ ਇਹ ਮਜ਼ਬੂਤ ਹੋਣਗੀਆਂ ਤੇ ਸਾਡੀ ਇਹ ਰਾਖੀ ਕਰਨਗੀਆਂ, ਪਰ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਇਹਨਾਂ ਦੀ ਰਾਖੀ ਕਰਨੀ ਪਏਗੀ, ਇਹਨਾਂ ਦੀ ਪਹਿਰੇਦਾਰੀ ਕਰਨੀ ਪਏਗੀ। ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਤ ਸਮੂਹ ਗੁਰੂ ਖਾਲਸਾ ਪੰਥ ਅਤੇ ਨਾਨਕ ਨਾਮ ਲੇਵਾ ਹਾਜ਼ਰੀਨ ਸਿੱਖ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਸਤਿਕਾਰਤ ਹਸਤੀਆਂ ਹੋਲੇ ਮਹੱਲੇ ਦੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਮੈਂ ਸਭ ਤੋਂ ਪਹਿਲਾਂ ਵਿਸ਼ਵ ਭਰ ਦੇ ਵਿੱਚ ਬੈਠੇ ਸਮੂਹ ਗੁਰੂ ਖਾਲਸਾ ਪੰਥ ਨੂੰ, ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਮਾਨਮੱਤੇ ਸਿੱਖਾਂ ਦੇ ਪਰਵ ਹੋਲੇ ਮਹੱਲੇ ਦੀ ਵਧਾਈ ਦੇਣਾ। ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ, ਔਰ ਇਹ ਗੱਲ ਅਸੀਂ ਸਾਰੇ ਹੀ ਜਾਣਦੇ ਹਾਂ। ਜਿੱਥੇ ਮੀਰੀ ਹੈ ਉੱਥੇ ਪੀਰੀ ਹੈ, ਜਿੱਥੇ ਦੇਗ ਹੈ ਉੱਥੇ ਤੇਗ ਹੈ, ਜਿੱਥੇ ਸੰਤ ਹੈ ਉੱਥੇ ਸਿਪਾਹੀ ਹੈ। ਔਰ ਇਹ ਗੱਲ ਵੀ ਸਾਰੇ ਅਸੀਂ ਪ੍ਰਵਾਨ ਕਰਦੇ ਹਾਂ, ਮੰਨਦੇ ਹਾਂ, ਚਾਹੁੰਦੇ ਹਾਂ ਕਿ ਰਾਜਨੀਤੀ ਜਿਹੜੀ ਹੈ ਇਹ ਧਰਮ ਤੇ ਹਾਵੀ ਨਹੀਂ ਹੋਣੀ ਚਾਹੀਦੀ, ਬਲਕਿ ਧਰਮ ਜਿਹੜਾ ਹੈ ਉਹ ਰਾਜਨੀਤੀ ਤੇ ਹਾਵੀ ਹੋਣਾ ਚਾਹੀਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸਾਧ ਸੰਗਤ ਜੀ। ਰਾਜਨੀਤੀ ਦਾ ਜਿੱਥੇ ਧਰਮ ਦੇ ਨਾਲ ਸੰਬੰਧ ਹੈ ਉੱਥੇ ਅਰਥਚਾਰੇ ਨਾਲ ਵੀ ਸੰਬੰਧ ਹੈ। ਰਾਜਨੀਤੀ ਨੂੰ ਅਰਥਚਾਰਾ ਪ੍ਰਭਾਵਿਤ ਕਰਦਾ ਹੈ ਔਰ ਅਰਥਚਾਰੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਜਦੋਂ ਰਾਜਨੀਤੀ ਸਾਡੇ ਅਰਥਚਾਰੇ ਤੇ ਭਾਰੂ ਹੋ ਜਾਂਦੀ ਹੈ ਉਦੋਂ ਵੀ ਸਮਾਜ ਦਾ ਨੁਕਸਾਨ ਹੁੰਦਾ ਹੈ। ਰਾਜਨੀਤੀ ਦਾ ਸਮਾਜ ਨਾਲ ਬਹੁਤ ਗਹਿਰਾ ਰਿਸ਼ਤਾ ਹੈ। ਜਦੋਂ ਰਾਜਨੀਤੀ ਸਮਾਜ ਦੇ ਉੱਤੇ ਭਾਰੀ ਪੈ ਜਾਂਦੀ ਹੈ, ਹਾਵੀ ਹੋ ਜਾਂਦੀ ਹੈ, ਉਦੋਂ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਅੱਜ ਅਸੀਂ ਦੇਖਦੇ ਹੀ ਹਾਂ ਐਜੂਕੇਸ਼ਨਿਸਟ ਨੇ, ਸਾਡੇ ਵਿਦਵਾਨ ਨੇ, ਜਿਹੜੇ ਵਿਦਿਆ ਦੇ ਮਾਹਰ ਨੇ, ਜਾਂ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਜਦੋਂ ਇਹਦੇ ਤੇ ਰਾਜਨੀਤੀ ਹਾਵੀ ਹੋ ਜਾਂਦੀ ਹੈ ਸਮਾਜ ਦਾ ਨੁਕਸਾਨ ਕਰਦੀ ਹੈ। ਲੇਕਿਨ ਜਦੋਂ ਸਾਡੀ ਵਿਦਿਆ ਪ੍ਰਣਾਲੀ ਰਾਜਨੀਤੀ ਤੇ ਹਾਵੀ ਹੁੰਦੀ ਹੈ ਸਮਾਜ ਦਾ ਭਲਾ ਹੁੰਦਾ ਹੈ। ਸਾਡੇ ਡਾਕਟਰੀ ਪੇਸ਼ੇਵਰ ਮਾਹਰ ਨੇ,
ਜਦੋਂ ਰਾਜਨੀਤੀ ਇਹਨਾਂ ਤੇ ਹਾਵੀ ਹੋ ਜਾਂਦੀ ਹੈ ਸਮਾਜ ਦਾ ਨੁਕਸਾਨ ਹੁੰਦਾ ਹੈ। ਤੇ ਜਦੋਂ ਸਾਡੇ ਮੈਡੀਕਲ ਮਾਹਰ ਜਾਂ ਮੈਡੀਕਲੀ ਵਿਦਿਆ ਜਿਹੜੀ ਹੈ ਇਹ ਰਾਜਨੀਤੀ ਤੇ ਹਾਵੀ ਹੁੰਦੀ ਹੈ ਤੇ ਸਮਾਜ ਦਾ ਭਲਾ ਹੁੰਦਾ ਹੈ। मीडिया के उत्ते राजनीति भारू हो जाती है फिर भी समाज का नुकसान होता है। मुकदी गल की है कि राजनीति चाहे धर्म ते हावी होवे, चाहे मीडिया ते हावी होवे, चाहे विद्या संस्थावां ते हावी होवे, चाहे मैडिकल संस्थावां ते हावी होवे, समाज का नुकसान ही नुकसान करती है। अज जिहड़ी हिंदुस्तान की हालत पतली पई पई है इहदा इक्को ही कारण है कि राजनीति हिंदुस्तान की हर संस्था के उत्ते हावी हो गई है। चाहे वो अदालतां ने, चाहे वो प्रेस है, चाहे वो ब्यूरोक्रेट्स ने, चाहे कोई भी अदारा है, चाहे वो चोण कमिशन है, कोई भी है, उहदे उत्ते राजनीति जिहड़ी है वो इस कदर हावी हो गई है कि समाज का कचुंबर जिहड़ा है वो कढ़ के रख दिता है और निकल रहा है। पर असीं केवल इन्ना ही जानते हैं कि जो धर्म ते राजनीति हावी होंदी है उदों शायद समाज का नुकसान होता है। नहीं साध संगत जी, जो राजनीति धर्म ते हावी होंदी है केवल उदों ही समाज का नुकसान नहीं होंदा। राजनीति जिहड़ी भी संस्था के उत्ते हावी हो जाती है उस संस्था का एक चुंबर कढ़ के रख दिंदी है। चाहिदा यह है कि जिवें धर्म राजनीति ते हावी रहे उमें समाज भी राजनीति ते हावी रहे, साडा अर्थचारा भी जिहड़ा है राजनीति ते हावी रहे, फिर समाज का जिहड़ा है वो भला हुंदा है। अज डेमोक्रेसी के अंदर साडी हर संस्था, मैं सिखां दी संस्था की गल नहीं करता, मैं देश दियां भारत दियां संस्थावां की गल करदा, सारियां संस्थावां दा दवाला जिहड़ा है वो निकल चुकिया। लोग तरह तरह कर रहे हैं लेकिन सरकार को कोई फर्क नहीं पै रहा। ऐसी पोजीशन दे विच धर्म नूं मजबूत करन दी बहुत वड्डी जरूरत है, धार्मिक संस्थावां नूं मजबूत करन दी वड्डी जरूरत है, क्योंकि धर्म ही आसरा बनता है, धर्म ही सहारा बनता है। जदों हुकूमत जाबर जुल्म करन वाली बन जाए तो फिर हुकूमत दे जुल्म दा मुकाबला, जबर दा मुकाबला धर्म दे सहत किया जा सकता है। किसी नास्तिक विचार दे नाल हुकूमती जबर दा मुकाबला नहीं किया जा सकता। ये गल सानू चेते रखनी चाहिए है। इस करके हर सिख नूं अज वधेरे धर्मी होने की जरूरत है। जे असी बचना है, जे असी जीना है तो सानू गुरु का साथ जिहड़ा है वो लेना ही पएगा। नहीं तो जिस तरह का भारत के अंदर माहौल बनाया जा रहा है, मैं बाकी घट गिणतियां दे सहत मैं सिखां दी भी गल करां कि साडा जीना उस हालत दे विच ही बेहतर हो सकता है जिस किस्म का माहौल बन रहा है। जे असी गुरु का पल्ला फड़ लईए, गुरु का आसरा लै लईए, गुरु का सहारा लै लईए, फिर ही असी बच सकते हैं। जे असी गुरु तो दूर हो गए, गुरु तो टुट गए तो हिंदुस्तान के अंदर सिस्टम ऐसा बन रहा है कि साडी होंद जिहड़ी है ये खतरे दे विच पैण जा रही है। अज गुरु नूं अंग संग रखण दी वधेरे गिणती दे विच लोड़ है। असीं देखदे हां किसान अंदोलन चलिया, नौजवान जज्बाती होए, लाल किले दे विच चले गए। लाल किले च जाके कोई नौजवानों ने गुनाह नहीं करता, कोई वज्र पाप नहीं करता, लेकिन इस तरह का हालात, इस तरह का माहौल बनाया गया कि जिवें लाल किले के उत्ते पहुंचण वाले ते केसरी निशान चढ़ाउण वाले बहुत वड्डे महा अपराधी हुंदे आ, पापी हुंदे आ। सरकार ने धड़ाधड़ झूठे परचे दर्ज करके उन्हां नौजवानों नूं अंदर धक्कना जिहड़ा प्रारंभ कर दिता। सैकड़ियां दी गिणती दे विच नौजवान जिहड़े साडे जेलां दे विच बंद कर दिते गए ते बांह नहीं किसी ने फड़ी। जिन्हां ने जोशीले नारे मारे उन्हां विचों भी किसी ने बांह नहीं फड़ी, ते जे बांह फड़ी ते साडी संस्था दिल्ली सिख गुरुद्वारा प्रबंधक कमेटी ने फड़ी। बोले सो निहाल। सैकड़े नौजवानों नूं जेल दे विचों बाहर कढ़ा के लिआंदा। इस करके अज बहुत वड्डा सानू सोचण ते समझण दी जरूरत है। जे साडीआं संस्थावां मजबूत होणगीआं ते साडी ये राखी करनगीआं, पर संस्थावां नूं मजबूत करन वास्ते सानू इन्हां दी राखी करनी पएगी, इन्हां दी पहरेदारी करनी पएगी। असी संस्थावां दी पहरेदारी करनी है, फिर संस्थावां साडी पहरेदारी करनगीआं। असी एक दूसरे दे पूरक बनना है। मैं
एक बारी फिर होले महल्ले दियां आप सारियां संगतां नूं बहुत बहुत बधाई देना। इत्थे मानयोग सिंह साहिब ज्ञानी जगतार सिंह जी मुख ग्रंथी सचखंड श्री हरमंदर साहिब जी सुशोभत ने। मानयोग सिंह साहिब ज्ञानी रणजीत सिंह जी गौहरे मस्कीन जथेदार तख्त श्री हरमंदर साहिब पटना साहिब सुशोभत ने। और मानयोग सिंह साहिब ज्ञानी रघबीर सिंह जी जथेदार तख्त श्री केसगढ़ साहब। मैं सारी संगत सहित इन्हां सत्कारत शख्सियतां दा बहुत बहुत धन्नवाद करदा। एक बारी फिर होले महल्ले दियां समूह गुरु खालसा पंथ नूं बहुत 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 बधाइयां। वाहिगुरू जी का खालसा वाहिगुरू जी की फतेह।